ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਅੱਜ ਆਪਾਂ ਗੱਲ ਕਰਾਂਗੇ ਗਜ਼ਲ ਦੇ ਲਹਿਜੇ ਦੀ, ਗਜ਼ਲ ਦੀ ਐਕਸਪ੍ਰੈਸ਼ਨ ਦੀ, ਜਿਹਦੇ ਬਾਰੇ ਬਹੁਤ ਹੀ ਪ੍ਰਚਲਨ ਹੈ ਪੰਜਾਬੀ ਗਜ਼ਲ ਵਿੱਚ ਉਰਦੂ ਤੇ ਸ਼ਾਹਮੁਖੀ ਦੀ ਗਜ਼ਲ ਨੂੰ ਦੇਖ ਕੇ ਕਿ ਉਹ ਕਿਵੇਂ ਪ੍ਰਭਾਵ ਕਰਦੀ ਹੈ। ਸੋ ਮੈਂ ਦੇਖਿਆ ਕਿ ਅੱਜ ਦੇ ਨੌਜਵਾਨਾਂ ਵਿੱਚ ਜੋ ਉਰਦੂ ਦੀ ਪੰਜਾਬੀ ਦੀ ਗਜ਼ਲ ਹੈ, ਸ਼ਾਹਮੁਖੀ ਪੰਜਾਬੀ ਦੀ ਗਜ਼ਲ ਹੈ, ਉਹ ਪੰਜਾਬ ਦੇ ਨੌਜਵਾਨਾਂ ਨੂੰ ਜ਼ਿਆਦਾ ਪ੍ਰਭਾਵ ਕਰ ਰਹੀ ਹੈ ਇੰਸਟੈਡ ਆਫ ਕਿ ਗੁਰਮੁਖੀ ਦੀ ਗਜ਼ਲ ਪ੍ਰਭਾਵ ਕਰੇ। ਸੋ ਗਜ਼ਲ ਕੀ ਹੈ, ਗਜ਼ਲ ਕਿਵੇਂ ਬਣਦੀ ਹੈ, ਗਜ਼ਲ ਕਿਵੇਂ ਲਿਖੀ ਜਾ ਸਕਦੀ ਹੈ, ਇਹਦੇ ਬਾਰੇ ਤਾਂ ਬਹੁਤ ਸਾਰੀਆਂ ਕਿਤਾਬਾਂ ਪ੍ਰਚਲਿਤ ਨੇ। ਮੈਂ ਉਹਦੇ ਬਾਰੇ ਨਹੀਂ ਗੱਲ ਕਰਾਂਗਾ, ਮੈਂ ਗੱਲ ਕਰਾਂਗਾ ਲਹਿਜੇ ਦੀ ਅਤੇ ਕਿਵੇਂ ਗਜ਼ਲ ਦੀ ਨਕਲ ਉਤਾਰੀ ਜਾ ਸਕਦੀ ਹੈ। ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਗਜ਼ਲ ਦੀ ਨਕਲ ਉਤਾਰੀ ਜਾ ਰਹੀ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਗਜ਼ਲ ਦੀ ਨੂੰ ਸਿੱਖਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਗਜ਼ਲ ਪੜ੍ਹਨੀ ਪਵੇਗੀ। ਬੇਸ਼ੱਕ ਮੈਂ ਰਾਹਤ ਤੰਦੋਰੀ ਅਤੇ ਮੁਨੱਵਰ ਰਾਣਾ ਸਾਹਿਬ ਨੂੰ ਸੁਣ ਰਿਹਾ ਸੀ ਅਤੇ ਉਹਨਾਂ ਨੇ ਕਿਹਾ ਕਿ ਸਾਡੇ ਉਸਤਾਦ ਜਦੋਂ ਅਸੀਂ ਗਜ਼ਲ ਲਿਖਦੇ ਹੁੰਦੇ ਸੀ ਪਹਿਲਾਂ 1000 ਸ਼ੇਰ ਯਾਦ ਕਰਨ ਨੂੰ ਕਹਿੰਦੇ ਸੀ ਅਤੇ ਫਿਰ ਲਿਖਿਓ। ਸੋ ਜ਼ਰੂਰ ਗਜ਼ਲ ਤਾਂ ਪਹਿਲਾਂ ਪੜ੍ਹਨੀ ਪਵੇਗੀ ਜੇ ਗਜ਼ਲ ਸਿੱਖਣੀ ਹੈ। ਅਤੇ ਉਸ ਤੋਂ ਇਲਾਵਾ ਜੇ ਮੀਟਰ ਜਾਂ ਬਹਿਣ ਨੂੰ ਜਾਣਨਾ ਹੈ ਤਾਂ ਦੀਪਕ ਜਤੋਈ ਜੀ ਦੀ ਕਿਤਾਬ ਹੈ ਗਜ਼ਲ ਕੀ ਹੈ। ਸੋ ਉਹ ਕਿਤਾਬ ਤੁਹਾਨੂੰ ਪੜ੍ਹਨੀ ਪਵੇਗੀ ਪਹਿਲਾਂ, ਉਸ ਤੋਂ ਪਤਾ ਲੱਗੇਗਾ ਗਜ਼ਲ ਦਾ ਮੁੱਢਲਾ ਬੇਸਿਕ ਕੀ ਹੈ। ਅਤੇ ਦੀਪਕ ਜਤੋਈ ਜੀ ਨੇ ਉਰਦੂ ਤੋਂ ਟਰਾਂਸਲੇਟ ਕਰਕੇ ਰਿਸਰਚ ਕਰਕੇ ਉਸ ਕਿਤਾਬ ਨੂੰ ਛਾਪਿਆ ਅਤੇ ਜਿਨ੍ਹਾਂ ਦੀ ਪੰਜਾਬੀ ਗਜ਼ਲ ਨੂੰ, ਗੁਰਮੁਖੀ ਦੀ ਗਜ਼ਲ ਨੂੰ ਬਹੁਤ ਵੱਡੀ ਦੇਣ ਹੈ। ਅਤੇ ਡਾਕਟਰ ਜਗਤਾਰ, ਇਹਨਾਂ ਦੀ ਗਜ਼ਲ ਜੇ ਤੁਸੀਂ ਗਜ਼ਲ ਸਿੱਖਣਾ ਚਾਹੁੰਦੇ ਹੋ ਜਾਂ ਪੜ੍ਹਨਾ ਚਾਹੁੰਦੇ ਪਹਿਲੇ ਡਾਕਟਰ ਜਗਤਾਰ, ਸੁਖਵਿੰਦਰ, ਅੰਮ੍ਰਿਤ, ਸੁਰਜੀਤ ਪਾਤਰ, ਇਹਨਾਂ ਨੂੰ ਪੜ੍ਹੋ। ਅਤੇ ਬਲਕਾਰ ਔਲਖ ਜਿਹੜੇ ਸਾਡੇ ਨੌਜਵਾਨ ਕਵੀ ਨੇ, ਬਲਕਾਰ ਔਲਖ ਭਾਜੀ, ਵਾਹਿਦ, ਇਹਨਾਂ ਨੂੰ ਜ਼ਰੂਰ ਸੁਣੋ, ਇਹਨਾਂ ਦੀ ਰਾਏ ਲਓ ਕਿ ਕਿਵੇਂ ਗਜ਼ਲ ਲਿਖੀ ਜਾ ਸਕਦੀ, ਬਿਕੋਜ਼ ਇਹ ਉਸਤਾਦ ਨੇ, ਅਸੀਂ ਤਾਂ ਹਜੇ ਪਾਠਕ ਹੀ ਹਾਂ। ਅਤੇ ਗੱਲ ਕਰਦੇ ਆ ਐਕਸਪ੍ਰੈਸ਼ਨ ਆਫ ਗਜ਼ਲ ਜਾਂ ਐਕਸਪ੍ਰੈਸ਼ਨ ਆਫ ਲੈਂਗੁਏਜ ਇਨ ਗਜ਼ਲ, ਕਿ ਲੈਂਗੁਏਜ ਦਾ ਸੁਭਾਅ ਕਿਵੇਂ ਆ। ਹਰੇਕ ਰੀਜਨ ਦੀ ਆਪਣੀ ਭਾਸ਼ਾ ਹੈ ਅਤੇ ਹਰੇਕ ਰੀਜਨ ਦੀ ਭਾਸ਼ਾ ਵੀ ਆਪਣੇ ਜੋ ਹੈ ਉਹ ਕਵਿਤਾ ਜਾਂ ਗਜ਼ਲ ਜਾਂ ਸਾਹਿਤ ਦੀ ਭਾਸ਼ਾ 'ਤੇ ਵੀ ਪ੍ਰਭਾਵ ਪਾਉਂਦੀ ਹੈ। ਜਿਵੇਂ ਦਾ ਕਿ ਵੀ ਕੋਈ ਰੀਜਨ ਹੈ, ਉਸ ਰੀਜਨ ਦਾ ਨੇਚਰ, ਉਸ ਦੀ ਭਾਸ਼ਾ, ਉਸ ਦੇ ਸਾਹਿਤ, ਉਸ ਦੀ ਇਤਿਹਾਸ ਵਿੱਚ ਹਮੇਸ਼ਾ ਹੀ ਪ੍ਰਭਾਵ ਪਾਵੇਗਾ। ਅਤੇ ਅਸੀਂ ਕੁੱਲ ਐਗਜ਼ਾਮਪਲ ਲੈਂਦੇ ਹਾਂ ਦੋ ਸ਼ਾਇਰਾਂ ਦੀ। ਸਭ ਤੋਂ ਪਹਿਲੇ ਜੇ ਮੈਂ ਐਗਜ਼ਾਮਪਲ ਲਵਾਂ ਸ਼ਾਹਮੁਖੀ ਦੇ ਮਹਾਨ ਸ਼ਾਇਰ ਜਿਨ੍ਹਾਂ ਦਾ ਕੋਈ ਤੋੜ ਨਹੀਂ, ਜਿਨ੍ਹਾਂ ਦੀ ਗਜ਼ਲ ਸਾਹਮਣੇ ਮੈਂ ਹੱਥ ਜੋੜ ਕੇ ਮੱਥਾ ਟੇਕ ਸਕਦਾ ਕਿ ਐਵੇਂ ਦਾ ਵੀ ਕੋਈ ਲਿਖ ਸਕਦਾ। ਆਪਾਂ ਤਜੱਮਲ ਕਲੀਮ ਦੀ ਗੱਲ ਕਰਦੇ ਹਾਂ। ਤਜੱਮਲ ਕਲੀਮ ਸਾਹਿਬ ਦਾ ਲਹਿਜਾ ਅਤੇ ਗਜ਼ਲ ਦੀ ਪਰਿਭਾਸ਼ਾ, ਉਹਨਾਂ ਨੇ ਇਕੱਲੀ ਆਸ਼ਕੀ ਦੀ ਗੱਲ ਹੀ ਨਹੀਂ ਕੀਤੀ, ਉਹਨਾਂ ਨੇ ਗਰੀਬੀ ਦੀ ਵੀ ਗੱਲ ਕੀਤੀ ਹੈ। ਉਹ ਕਹਿੰਦੇ ਨੇ ਕਿ ਜੀਵਨ ਦੀ ਇੱਕ ਗੋਟ ਦੇ ਪਿੱਛੇ ਸੋਚੀਲਾ ਨੇ ਬੋਟ ਦੇ ਪਿੱਛੇ, ਐਬਾ ਵਾਂਗ ਲੁਕਾਈ ਫਿਰਨਾ ਭੁੱਖੇ ਢਿੱਡ ਨੂੰ ਕੋਟ ਦੇ ਪਿੱਛੇ, ਖੁਸ਼ੀਆਂ ਮੈਥੋਂ ਆਸੇ ਪਾਸੇ, ਨੋਟ ਦੇ ਅੱਗੇ ਨੋਟ ਦੇ ਪਿੱਛੇ। ਸੋ ਉਹਨਾਂ ਦੀ ਗਜ਼ਲ, ਸ਼ਾਹਮੁਖੀ ਦੀ ਗਜ਼ਲ ਬਹੁਤ ਪ੍ਰਭਾਵੀ ਗਜ਼ਲ, ਬਹੁਤ ਪ੍ਰਭਾਵਿਤ ਕੀਤਾ ਗੁਰਮੁਖੀ ਦੀ ਗਜ਼ਲ ਨੂੰ ਵੀ। ਅੱਜ ਦੇ ਨੌਜਵਾਨਾਂ ਵਿੱਚ ਨੌਜਵਾਨ ਖੂਨ ਹੈ ਅਤੇ ਜ਼ਰੂਰ ਹੀ ਉਸਨੂੰ ਸਿੱਖਣ ਦੀ ਲਾਲਸਾ ਹੈ ਅਤੇ ਸਿੱਖ ਵੀ ਰਿਹਾ ਹੈ। ਅਤੇ ਅੱਛਾ ਹੈ ਕਿ ਨਵੇਂ ਨਵੇਂ ਸ਼ਾਇਰ ਨਿਕਲ ਰਹੇ ਨੇ, ਪਰ ਉਹਦੇ ਵਿੱਚ ਅਸੀਂ ਇਹ ਗੱਲ ਕਰਦੇ ਹਾਂ ਕਿ ਗੁਰਮੁਖੀ ਦਾ ਸੁਭਾਅ ਐਜ਼ ਇੰਸਟੈਡ ਆਫ ਪੰਜਾਬੀ ਸ਼ਾਹਮੁਖੀ ਦੀ ਗਜ਼ਲ ਦਾ ਸੁਭਾਅ ਬਿਲਕੁਲ ਹੀ ਵੱਖਰਾ ਹੈ। ਅਤੇ ਹੁਣ ਤਜੱਮਲ ਕਲੀਮ ਸਾਹਿਬ ਦੀਆਂ ਸਾਰੀਆਂ ਗਜ਼ਲਾਂ ਦੇਖੋ ਕਿ ਉਹਨਾਂ ਦਾ ਲਹਿਜਾ ਇਹੀ ਰਿਹਾ, ਟਿੱਬਾ ਟੋਇਆ ਇੱਕ ਬਰਾਬਰ, ਕਰਿਆ ਹੋਇਆ ਇੱਕ ਬਰਾਬਰ ਇੱਕ। ਜਦੋਂ ਤੁਸੀਂ ਕਈ ਸਾਲ ਬਾਅਦ ਤਜੱਮਲ ਕਲੀਮ ਦੀ ਸ਼ਾਇਰੀ ਨੂੰ ਭੁੱਲੋਗੇ ਜਾਂ ਭੁੱਲ ਜਾਓਗੇ, ਜਾਂ ਕੋਈ ਵੀ ਬੁੱਢੇ ਹੋਏ ਭੁੱਲ ਜਾਏਗਾ ਨਾ, ਫਿਰ ਉਹ ਪੜ੍ਹੇਗਾ ਉਹਨਾਂ ਦੀ ਹੀ ਗਜ਼ਲ ਨੂੰ, ਕੋਈ ਨਵੀਂ ਗਜ਼ਲ ਨੂੰ ਹੀ ਪੜ੍ਹੇਗਾ ਅਤੇ ਉਹ ਜਾਣ ਜਾਏਗਾ ਕਿ ਇਹ ਤਜੱਮਲ ਕਲੀਮ ਸਾਹਿਬ ਦੀ ਹੈ, ਕਿਉਂਕਿ ਉਹਨਾਂ ਦੀ ਗਜ਼ਲ ਦੀ ਲੈਂਗੁਏਜ ਦਾ ਐਕਸਪ੍ਰੈਸ਼ਨ ਉਹੋ ਜਿਹਾ ਸੀ।
ਬਦਲਾਂ ਵਾਂਗ ਨੇ ਗੱਜਦੇ ਬੰਦੇ, ਬਸਣ ਕਿਸ ਤਰ੍ਹਾਂ ਅੱਜ ਦੇ ਬੰਦੇ, ਤੂੰ ਜੇ ਪੱਲੂ ਕੀਤਾ ਹੁੰਦਾ, ਕੰਧਾਂ ਵਿੱਚ ਨਾ ਵੱਜਦੇ ਬੰਦੇ। ਸੋ ਇੱਥੇ ਹੀ ਫਿਰ ਆਪਾਂ ਗੁਰਮੁਖੀ ਦੀ ਗਜ਼ਲ ਦੀ ਗੱਲ ਕਰ ਰਹੇ ਹਾਂ। ਗੁਰਮੁਖੀ ਦੀ ਗਜ਼ਲ ਵਿੱਚ ਆਪਾਂ ਡਾਕਟਰ ਜਗਤਾਰ ਦਾ ਨਾਮ ਲਈਏ ਤੇ ਉਹਨਾਂ ਦੀ ਗਜ਼ਲ ਦਾ ਵੀ ਕੋਈ ਤੋੜ ਨਹੀਂ। ਉਹਨਾਂ ਨੇ ਪੰਜਾਬੀ ਗਜ਼ਲ ਲਈ ਬਹੁਤ ਕੁਝ ਕੀਤਾ। ਉਰਦੂ ਸ਼ਾਇਰਾਂ ਦੇ ਸਾਹਮਣੇ ਉਹਨਾਂ ਨੇ ਚੁਣੌਤੀ ਪੇਸ਼ ਕੀਤੀ ਕਿ ਸਾਡੀ ਗਜ਼ਲ ਵੀ ਕਿਸੇ ਪੱਖੋਂ ਵੀ ਘੱਟ ਨਹੀਂ। ਉਹਨਾਂ ਦੀ ਗਜ਼ਲ ਹੈ ਕਿ ਉਡਾਂਗਾ ਪੈ ਗਿਆ ਉੱਡਣਾ ਕਦੇ ਜੇ ਪਰ ਜਲਾ ਕੇ, ਹਨੇਰਾ ਚੀਜ਼ ਦੇ ਅਟਕਾਂਗਾ ਪਰ ਮੰਜ਼ਿਲ ਤੇ ਆ ਕੇ, ਤੇਰੇ ਹੱਥਾਂ ਦਾ ਹਿਲਿਆ ਮੋਰ ਮਿੱਟੀ ਦਾ ਤੇਰੇ ਪਿੱਛੋਂ, ਬਹੁਤ ਰੋਇਆ ਅੱਜ ਰੱਖਿਆ ਸੀ ਤੂੰ ਅੰਗੀਠੀ ਸਜਾ ਕੇ। ਤੇਰੇ ਹੱਥਾਂ ਦਾ, ਹੁਣ ਸ਼ੇਰ ਦੇਖੋ, ਤੇਰੇ ਹੱਥਾਂ ਦਾ ਹਿਲਿਆ ਮੋਰ ਮਿੱਟੀ ਦਾ ਤੇਰੇ ਪਿੱਛੋਂ, ਬਹੁਤ ਰੋਇਆ ਅੱਜ ਰੱਖਿਆ ਸੀ ਤੂੰ ਅੰਗੀਠੀ ਸਜਾ ਕੇ। ਹੁਣ ਇਸ ਸ਼ੇਰ ਵਿੱਚ ਗੱਲ ਦੇਖੋ ਕਰ ਰਹੇ ਨੇ ਕਿ ਤੇਰੇ ਹੱਥਾਂ ਦਾ ਹਿਲਿਆ ਮੋਰ ਮਿੱਟੀ ਦਾ ਤੇਰੇ ਪਿੱਛੋਂ, ਉਹ ਬਹੁਤ ਰੋਇਆ ਅੰਗੀਠੀ ਵਿੱਚ ਸਜਾ ਕੇ ਰੱਖਿਆ ਸੀਗਾ, ਜਿਹੜਾ ਜੋ ਤੂੰ ਮਿੱਟੀ ਦਾ ਮੋਰ ਬਣਾ ਕੇ ਗਈ ਸੀ। ਤੇ ਹੁਣ ਅੰਗੀਠੀ ਤੁਹਾਨੂੰ ਪੰਜਾਬੀ ਇੰਡੀਅਨ ਪੰਜਾਬ ਦੀ ਸੱਭਿਆਚਾਰ ਵਿੱਚ ਹੀ ਬੋਲੀ ਜਾਏਗੀ। ਸ਼ਾਹਮੁਖੀ ਵਿੱਚ ਅੰਗੀਠੀ ਸ਼ਾਇਦ ਹੀ ਕਿਹਾ ਜਾਵੇ, ਕੋਈ ਹੋਰ ਸ਼ਬਦ ਵੀ ਹੋ ਸਕਦਾ ਹੈ। ਇਸ ਤੁਹਾਨੂੰ ਪਤਾ ਵਾ ਅੰਗੀਠੀ ਕੀ ਹੁੰਦੀ ਹੈ। ਸੋ ਇਹ ਥਾਂ ਥਾਂ ਸ਼ੇਖ ਕੰਧਾਂ ਦੇ ਤੇ ਮੇਖਾਂ ਦੱਸਦੀਆਂ ਨੇ, ਕਿਸੇ ਟੰਗੀਆਂ ਸੀ ਤਸਵੀਰਾਂ ਕਦੇ ਇੱਥੇ ਲਿਆ ਕੇ। ਕਿ ਥਾਂ ਥਾਂ ਤੇ ਮੇਖ ਤੇ ਕੰਧਾਂ ਤੇ ਮੇਖ ਦੱਸਦੀਆਂ ਨੇ ਕਿਸੇ ਨੇ ਇੱਥੇ ਤਸਵੀਰਾਂ ਟੰਗੀਆਂ ਹੋਈਆਂ ਸੀ, ਇੱਥੇ ਲਿਆ ਕੇ। ਮਤਲਬ ਉਹ ਤਸਵੀਰਾਂ ਲਾਤੀਆਂ। ਡਾਕਟਰ ਜਗਤਾਰ ਉਸ ਬਾਰੇ ਗੱਲ ਕਰੇ ਨੇ, ਉਹ ਸ਼ਾਇਦ ਉਹ ਤਸਵੀਰਾਂ ਕੁਝ ਖਾਸ ਦੀਆਂ ਸੀ, ਉਹ ਹੁਣ ਖਾਸ ਨਹੀਂ ਰਿਹਾ। ਸੋ ਜਿਵੇਂ ਅਸਮਾਨ ਦਾ ਫਰਕ ਹੈ ਦੋਨਾਂ ਦੀ ਸ਼ਾਇਰੀ ਵਿੱਚ, ਦੋਨਾਂ ਦੀ ਐਕਸਪ੍ਰੈਸ਼ਨ ਆਫ ਸ਼ਾਇਰੀ ਵਿੱਚ, ਬਟ ਦੋਨਾਂ ਨੇ ਬਹੁਤ ਕਮਾਲ ਦੇ ਸ਼ੇਰ ਕਹੇ ਨੇ। ਐਂਡ ਉੱਥੇ ਹੀ ਜਿੱਥੇ ਮੈਂ ਹਮੇਸ਼ਾ ਹੀ ਕਹਿੰਦਾ, ਸ਼ਾਹਮੁਖੀ ਦੀ ਗਜ਼ਲ ਦਾ ਜੋ ਤੌਰ ਹੈ ਉਹ ਬਹੁਤ ਹੀ ਖਚਰਾਪਨ ਹੈ। ਖਚਰਾਪਨ ਮੀਨਸ ਨੋਟੀਪਨ ਜਿਹਨੂੰ ਕਹਿੰਦੇ ਨੇ ਆਪਾਂ। ਜੀ, ਉਹ ਤੱਕਦਾ ਹੈ ਭੁੱਲ ਜਾਂਦਾ ਹੈ। ਉਮੈਰ ਨਜ਼ਮੀ ਦੀ ਗਜ਼ਲ ਹੈ, ਉਹ ਤੱਕਦਾ ਹੈ ਭੁੱਲ ਜਾਂਦਾ ਹੈ, ਅਗਲਾ ਬੰਦਾ ਰੁੱਲ ਜਾਂਦਾ ਹੈ, ਸੜਕ 'ਤੇ ਉਹ ਟੁਰਦਾ ਹੈ ਐਵੇਂ ਜਿਵੇਂ ਨਹਿਰ 'ਚ ਫੁੱਲ ਜਾਂਦਾ ਹੈ, ਫੇਕੀ ਹੋਇਆ ਜੇ ਮੈਂ ਰੋਇਆ ਭਰਿਆ ਵਰਤਨ ਡੁੱਲ ਜਾਂਦਾ ਹੈ, ਉਹਦਾ ਦਿਲ ਹੱਟੀ ਦਾ ਬੂਹਾ ਜਿਹੜਾ ਆਵੇ ਖੁੱਲ੍ਹ ਜਾਂਦਾ ਹੈ। ਸੋ ਹਮੇਸ਼ਾ ਹੀ ਤੁਸੀਂ ਦੇਖਿਓ ਕਿ ਪੰਜਾਬੀ ਦੇ ਕਲਾਸੀਕਲ ਸ਼ਾਇਰ ਚੱਕ ਲਓ, ਸੁਖਵਿੰਦਰ ਅਮਰ ਜੀ ਨੂੰ ਲੈ ਲਓ, ਸੁਰਜੀਤ ਪਾਤਰ ਜੀ ਨੂੰ ਲੈ ਲਓ, ਉਹਨਾਂ ਦੀ ਗਜ਼ਲ ਵਿੱਚ ਇਹੋ ਜਿਹੀ ਲੈ ਜਾਂ ਲਹਿਜਾ ਕਦੇ ਵੀ ਨਹੀਂ ਦਿਖਿਆ। ਉਹਨਾਂ ਦੀ ਗਜ਼ਲ ਵਿੱਚ ਇੱਕ ਕੋਮਲ ਪੱਤੀ ਵਾਂਗ, ਇੱਕ ਕੋਮਲ ਫੁੱਲ ਵਾਂਗ ਉਹ ਪਾਣੀ 'ਤੇ ਤੈਰ ਰਹੀ ਆ, ਤਰ ਰਹੀ ਆ, ਹੌਲੀ ਹੌਲੀ ਉਹ ਤੁਹਾਨੂੰ ਸਮਝ ਆ ਰਹੀ ਆ। ਉਹ ਤੁਸੀਂ ਇੰਨੀ ਜਲਦੀ ਕਈ ਸ਼ੇਰ ਨੇ ਇੰਨੀ ਜਲਦੀ ਨਹੀਂ ਸਮਝ ਸਕਦੇ। ਸੋ ਸ਼ਾਹਮੁਖੀ ਦੀ ਮਹਾਨ ਸ਼ਾਇਰਾ ਤਾਹਿਰਾ ਸਰਾ ਕਹਿੰਦੀ ਆ ਕਿ, ਸ਼ਾਇਦ ਮੈਂ ਭੁੱਲ ਗਿਆ ਉਹ ਗਜ਼ਲ, ਕਿ ਜਾਨੀ ਪਿਛੜ ਪੈਰੀਏ ਸਾਹਿਬਾ ਮਾਨ ਵਧਾਇਆ ਵੀਰਾਂ ਦਾ, ਮੈਂ ਖਮਿਆਜਾ ਭੁਗਤ ਰਹੀ ਹਾਂ ਤੇਰੇ ਤੋੜੇ ਤੀਰਾਂ ਦਾ। ਸੋ ਬਟ ਇੰਨਾ ਐਗਰੈਸਿਵ ਸ਼ੇਅਰ ਹੈ ਕਿ ਮੈਂ ਖਮਿਆਜਾ ਭੁਗਤ ਰਹੀ ਹਾਂ ਤੇਰੇ ਤੋੜੇ ਤੀਰਾਂ ਦਾ। ਠੀਕ ਹੈ ਕਿ ਉਹ ਹਮੇਸ਼ਾ ਹੀ ਉਹ ਸਾਹਿਬਾ ਨੂੰ, ਇਤਿਹਾਸ ਨੂੰ ਯੂਜ਼ ਕਰਕੇ ਉਹ ਔਰਤ ਦਾ ਪੱਖ ਰੱਖ ਰਹੇ ਨੇ ਕਿ ਮੈਨੂੰ ਉਹ ਆਪਣੇ ਹੱਕ ਨਹੀਂ ਮਿਲ ਰਹੇ, ਕਿ ਮੈਨੂੰ ਕਮਰਿਆਂ ਵਿੱਚ ਬੰਦ ਰੱਖਿਆ ਜਾਂਦਾ ਕਿ ਮੈਂ ਵੀ ਅਗਲੀ ਸਾਹਿਬਾ ਨਾ ਬਣ ਜਾਵਾਂ। ਅਤੇ ਉੱਥੇ ਸੁਖਵਿੰਦਰ ਅੰਮ੍ਰਿਤ ਜਦੋਂ ਔਰਤਾਂ ਦੇ ਪੱਖ ਦੀ ਗੱਲ ਕਰ ਰਹੇ ਨੇ, ਉਹ ਲਿਖਦੇ ਨੇ, ਤਪਿਸ਼ ਆਖਣ ਜਾਂ ਲੋ ਆਖਣ ਉਹਨੂੰ ਇਤਰਾਜ਼ ਕਿਉਂ ਹੋਵੇ, ਕਿ ਅਗਨੀ ਜੁਗਨੂਆਂ ਦੇ ਵਾਂਗ ਵੀ ਮੁਹਤਾਜ ਕਿਉਂ ਹੋਵੇ, ਭੰਵਰਿਆਂ ਦੀ ਬੈਠਕ ਹਰ ਵਾਰ ਇਹ ਮੁੱਦਾ ਉਠਾਉਂਦੀ ਹੈ, ਉਹਨਾਂ ਦੇ ਹੁੰਦਿਆਂ ਤਿਤਲੀ ਦੇ ਸਿਰਾਂ 'ਤੇ ਤਾਜ ਕਿਉਂ ਹੋਵੇ, ਇਹ ਪਰਿੰਦੇ ਬੇਸੁਰੇ ਸਦੀਆਂ ਤੋਂ ਇਹ ਇਤਰਾਜ਼ ਕਰਦੇ ਨੇ ਕਿ ਬਾਗਾਂ ਵਿੱਚ ਕੋਇਲ ਦੀ ਕੋਈ ਆਵਾਜ਼ ਕਿਉਂ ਹੋਵੇ। ਹੁਣ ਜੇ ਆਮ ਬੰਦਾ ਕੋਈ ਸਮਝੇਗਾ ਤਾਂ ਉਹਨੂੰ ਇਹ ਸ਼ੇਰ ਸਮਝ ਨਹੀਂ ਆਉਣਗੇ, ਬਟ ਜੋ ਲਾਸਟ ਈਅਰ ਸੀ ਕਿ ਉਹ ਇਹ ਪਰਿੰਦੇ ਬੇਸੁਰੇ, ਉਹ ਬੰਦਿਆਂ ਨੂੰ ਕਹਿ ਰਹੇ ਨੇ ਕਿ ਬੇਸੁਰੇ ਜਿਹੇ ਪਰਿੰਦੇ ਸਦੀਆਂ ਤੋਂ ਇਤਰਾਜ਼ ਕਰਦੇ ਨੇ ਕਿ ਬਾਗਾਂ ਵਿੱਚ ਕੋਇਲ ਦੀ ਕੋਈ ਆਵਾਜ਼ ਕਿਉਂ ਹੋਵੇ, ਕਿ ਬਾਗਾਂ ਵਿੱਚ ਇੱਕ ਕੁੜੀ ਚਹਿਕਦੀ ਕਿਉਂ ਹੋਵੇ, ਕੋਈ ਕੁੜੀ ਹੱਸਦੀ ਗਾਉਂਦੀ ਕਿਉਂ ਹੋਵੇ।
ਸੋ ਉਹ ਇਸ ਤਰ੍ਹਾਂ ਔਰਤ ਦਾ ਪੱਖ ਰੱਖ ਰਹੇ ਨੇ ਅਤੇ ਸਾਡੇ ਪੰਜਾਬੀ ਦੇ ਹੀ ਨੌਜਵਾਨ ਬੁਸ਼ਰਾ ਨਾਜ਼ ਨੂੰ ਤਾਂ ਸਾਰਾ ਪੜ੍ਹ ਲਏ, ਬਟ ਸੁਖਵਿੰਦਰ ਅੰਮ੍ਰਿਤ ਦੀਆਂ ਗਜ਼ਲਾਂ ਨੂੰ ਯਾਦ ਨਹੀਂ। ਸੋ ਇਸ ਤਰ੍ਹਾਂ ਦੇ ਮਹਾਨ ਸ਼ੇਰ ਉਹਨਾਂ ਨੇ ਲਿਖੇ, ਬਟ ਉਹ ਜ਼ਿਆਦਾਤਰ ਲੋਕਾਂ ਨੂੰ ਸਮਝ ਨਹੀਂ ਆਉਂਦੇ ਅਤੇ ਉਸ ਕਰਕੇ ਕੁਝ ਲੋਕਾਂ ਨੇ ਉਹਨਾਂ ਨੂੰ ਜ਼ਿਆਦਾ ਖੂਬੀ ਨਾਲ ਨਹੀਂ ਪੜ੍ਹਿਆ। ਅਤੇ ਇਸੇ ਕਰਕੇ ਆ ਕਿ ਅੱਜ ਆਪਾਂ ਗੁਰਮੁਖੀ ਦੀ ਗਜ਼ਲ ਵਿੱਚ ਸ਼ਾਹਮੁਖੀ ਦੀ ਗਜ਼ਲ ਦਾ ਪਰਛਾਵਾਂ ਨਵੇਂ ਸ਼ਾਇਰਾਂ ਵਿੱਚ ਲਿਖ ਸਕਦੇ ਹਾਂ। ਉਹ ਵੀ ਜੋ ਪਰਛਾਵਾਂ ਹੈ, ਮੈਂ ਕਹਿੰਦਾ ਕਿ ਉਹ ਨਕਲ ਵਾਲਾ ਹੀ ਹੈ, ਕਿਉਂਕਿ ਕਈ ਸ਼ੇਰ ਸ਼ਾਹਮੁਖੀ ਦੇ ਸ਼ਾਇਰਾਂ ਦੇ ਹਮੇਸ਼ਾ ਹੀ ਜਿਹੜੇ ਪੰਜਾਬੀ ਨੌਜਵਾਨ ਸ਼ਾਇਰ ਹੈ ਜੋ ਇੰਸਟਾਗ੍ਰਾਮ 'ਤੇ ਸ਼ਾਇਰੀ ਕਰਦੇ ਨੇ ਉਹਨਾਂ ਨਾਲ ਮਿਲਦੇ ਨੇ। ਅਤੇ ਜੇ ਤੁਸੀਂ ਜੰਮਲ ਕਲੀਮ ਨੂੰ ਪੜ੍ਹ ਕੇ ਇੱਕ ਗਜ਼ਲ ਲਿਖੀ ਆ ਤਾਂ ਸੁਭਾਵਿਕ ਹੀ ਹੈ ਕਿ ਤੁਹਾਡੀ ਗਜ਼ਲ ਵਿੱਚ ਸ਼ਾਹਮੁਖੀ ਦੀ ਗਜ਼ਲ ਦਾ ਲਹਿਜਾ, ਚਾਲ, ਲੈ, ਰਸ ਹੋਵੇਗਾ, ਬਟ ਗੁਰਮੁਖੀ ਦੀ ਤੁਹਾਡਾ ਆਪਣਾ ਲਹਿਜਾ ਕੋਈ ਨਹੀਂ ਬਣੇਗਾ। ਹੁਣ ਜੇ ਸੁਖਵਿੰਦਰ ਅੰਮ੍ਰਿਤ ਇਸ ਤਰ੍ਹਾਂ ਦੇ ਸ਼ੇਰ ਲਿਖਦੇ ਨੇ, ਮੈਂ ਉਹਨਾਂ ਨੂੰ ਸਲਾਮ ਕਰਦਾ, ਉਹ ਵੀ ਬਹੁਤ ਸੋਹਣੇ ਸ਼ਾਇਰ ਨੇ ਅਤੇ ਮੈਨੂੰ ਬਹੁਤ ਪਸੰਦ ਸੀ ਸ਼ੁਰੂ ਤੋਂ ਉਹ ਕਿ ਉਹ ਪੁੱਛਦਾ ਕਦੋਂ ਤੀਕਰ ਕਰਾਂਗੀ ਪਿਆਰ ਮੈਂ ਉਸ ਨੂੰ, ਕਰਾਵਾਂ ਕਿੰਜ ਵਫਾ ਦਾ ਦੋਸਤੋ ਇਤਵਾਰ ਮੈਂ ਉਸ ਨੂੰ, ਚਨਾਹ ਦੇ ਪਾਣੀਆਂ ਦੇ ਵਿੱਚ ਆਪਣਾ ਅਕਸ ਘੋਲਾਂਗੀ ਅਤੇ ਉਸ ਵਿੱਚ ਰੰਗ ਕੇ ਦੇਵਾਂਗੀ ਫਿਰ ਦਸਤਾਰ ਮੈਂ ਉਸ ਨੂੰ, ਕਰੇ ਉਹ ਬਾਜ ਮੇਰੇ ਵੀ ਕਿਸੇ 'ਤੇ ਬਾਰ ਨਜ਼ਰਾਂ ਦੇ, ਨਹੀਂ ਦੇਣਾ ਨਹੀਂ ਦੇਣਾ ਇਹ ਫਿਰ ਅਧਿਕਾਰ ਮੈਂ ਉਸ ਨੂੰ। ਸੋ ਇਸ ਤਰ੍ਹਾਂ ਦੀ ਗਜ਼ਲ ਅਤੇ ਜਾਨੀ ਤਾਹਿਰਾ ਸਰਾਰ ਦੀ ਗਜ਼ਲ ਅਤੇ ਸੁਖਵਿੰਦਰ ਅੰਮ੍ਰਿਤ ਗਜ਼ਲ ਦਾ ਕੰਪੈਰੀਜ਼ਨ ਕਰੀਏ, ਦੋਨੋਂ ਹੀ ਆਪਣੀ ਜਗ੍ਹਾ 'ਤੇ ਬਹੁਤ ਲੈਜੈਂਡਰੀ ਗਜ਼ਲ ਗਾ ਰਹੇ ਨੇ। ਪਰ ਜੇ ਸ਼ਾਹਮੁਖੀ ਦੀ ਤਾਹਿਰਾ ਸਰਾਰ ਦੀ ਗਜ਼ਲ ਵਿੱਚ ਇੱਕ ਨੋਟੀਪਨ ਹੈ, ਕਿਉਂਕਿ ਉਹਨਾਂ ਦੀ ਮਿੱਟੀ ਐਵੇਂ ਜਿਹੀ ਦੀ ਹੈ, ਮਿੱਟੀ ਦਾ ਮਤਲਬ ਉਹ ਖਚਰੀ ਮਿੱਟੀ ਹੈ, ਕਿਉਂਕਿ ਉਹਨਾਂ ਦੀ ਮਿੱਟੀ ਦਾ ਸੁਭਾਅ ਇੱਦਾਂ ਦਾ ਹੈ ਕਿ ਉਹ ਇਸ ਤਰ੍ਹਾਂ ਦੇ ਸ਼ਾਇਰ ਬਣਦੇ ਨੇ, ਕਿਉਂਕਿ ਉਹ ਇਸ ਤਰ੍ਹਾਂ ਦੇ ਸ਼ਾਇਰਾਂ ਨੂੰ ਹੀ ਸੁਣ ਕੇ ਵੱਡੇ ਹੋਏ ਨੇ। ਉਸੇ ਹੀ ਪ੍ਰਕਾਰ ਵਿੱਚ ਗੁਰਮੁਖੀ ਦੀ ਗਜ਼ਲ ਵਿੱਚ ਥੋੜ੍ਹੀ ਸ਼ਰਮ ਹੈ, ਸੰਗ ਹੈ, ਥੋੜ੍ਹੀ ਸੰਗ ਕੇ ਛੁਪਾ ਕੇ ਆਸ਼ਕੀ ਦੀ ਗੱਲ ਕੀਤੀ ਜਾਂਦੀ ਹੈ। ਕਿਉਂਕਿ ਗੁਰਮੁਖੀ ਜਾਂ ਕੁੜੀਆਂ, ਪੰਜਾਬ ਦੀਆਂ ਕੁੜੀਆਂ ਵਿੱਚ ਇਹ ਖਾਸੀਅਤ ਸੀ ਕਿ ਉਹ ਸੰਗ ਸ਼ਰਮ ਵਿੱਚ ਹੀ ਰਹਿੰਦੀਆਂ ਸੀ। ਸੋ ਇਸ ਗੱਲ ਨੂੰ ਜਿਹੜਾ ਕੋਈ ਸਮਝ ਗਿਆ ਉਹ ਆਈ ਹੋਪ ਕਿ ਆਪਣੀ ਗਜ਼ਲ 'ਤੇ ਕੰਮ ਕਰੇਗਾ। ਇਸ ਪ੍ਰਕਾਰ ਹੀ ਮੈਂ ਕਈ ਹੋਰ ਸ਼ਾਇਰਾਂ ਦਾ, ਕੋਈ ਹੋਰ ਭਾਸ਼ਾ ਦੇ ਸ਼ਾਇਰਾਂ ਦਾ ਵੀ ਐਗਜ਼ਾਮਪਲ ਲਵਾਂ ਜਿਨ੍ਹਾਂ ਦੀ ਗਜ਼ਲ ਦਾ ਲਹਿਜਾ ਬਿਲਕੁਲ, ਹੁਣ ਗਜ਼ਲ ਦਾ ਲਹਿਜਾ ਮਤਲਬ ਕਿ ਉਹਨਾਂ ਦੀ ਗਜ਼ਲ ਦੀ ਲੈਂਗੁਏਜ ਦੀ ਆਪਣੀ ਪਛਾਣ ਸੀ ਅਤੇ ਉਹਨਾਂ ਦੀ ਗਜ਼ਲ ਨੂੰ ਪੜ੍ਹ ਕੇ ਐਵੇਂ ਨਹੀਂ ਲੱਗਦਾ ਕਿ ਹਾਂ ਇਸ ਤਰ੍ਹਾਂ ਦਾ ਉਸ ਸ਼ਾਇਰ ਨੇ ਵੀ ਸ਼ੇਅਰ ਲਿਖਿਆ ਇਸ ਪ੍ਰਕਾਰ ਦਾ। ਫੋਰ ਐਗਜ਼ਾਮਪਲ ਜੋਨੇਲੀਆ ਸਾਹਿਬ ਲਿਖਦੇ ਨੇ ਕਿ ਹਾਲ ਤੇ ਹਾਲ ਕੇ ਸਬਬ हाल ते हाल ही गई, शौक में कुछ नहीं रहा, शौक में जिंदगी रही, तेरे विसाल के लिए अपने कमाल के लिए हालत दिल थी खराब और ख़राब की गई, तेरे विसाल के लिए अपने कमाल के लिए हालत दिल थी खराब और ख़राब की गई। सो इस प्रकार का शेयर कोई और उर्दू शायर ਦੇ ਵਿੱਚੋਂ ਝਲਕਦਾ ਹੋਵੇ ਨਹੀਂ। ਸੋ ਆਪਾਂ ਜੇ ਅਹਿਮਦ ਫਰਾਜ਼ ਦੀ ਗੱਲ ਕਰੀਏ ਉਰਦੂ ਸ਼ਾਇਰੀ ਵਿੱਚ ਤੇ ਉਹ ਲਿਖਦੇ ਨੇ ਦੁੱਖ ਫਸਾਨਾ ਨਹੀਂ ਕਿ ਤੁਮ ਸੇ ਕਹੇ, ਉਹਨਾਂ ਨੇ ਦੁੱਖ ਲਿਖਣ ਦਾ ਆਪਣਾ ਇੱਕ ਅਲੱਗ ਲਹਿਜ਼ਾ ਰੱਖਿਆ। ਦੁੱਖ ਫਸਾਨਾ ਨਹੀਂ ਕਿ ਤੁਮ ਸੇ ਕਹੇ, ਦਿਲ ਵੀ ਮਾਨਾ ਨਹੀਂ ਕਿ ਤੁਮ ਸੇ ਕਹੇ, आज तक अपनी बेकली का सबब खुद भी जाना नहीं ये तुमसे कहें। अहमद फराज ਦਾ ਨਾਮ ਉਰਦੂ ਔਰ ਉਰਦੂ ਸ਼ਾਇਰੀ ਵਿੱਚ ਇਸ ਕਰਕੇ ਉੱਪਰ ਰੱਖਿਆ ਜਾਂਦਾ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਦੁੱਖ ਨੂੰ ਪ੍ਰਗਟਾਇਆ ਉਵੇਂ ਹੀ ਜਿਵੇਂ ਪੰਜਾਬ ਦੇ ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਦੁੱਖ ਨੂੰ ਪ੍ਰਗਟਾਇਆ। ਕੋਈ ਵੀ ਉਹਨਾਂ ਦੀ ਲੈਂਗੁਏਜ ਦਾ ਲੈਵਲ ਨਹੀਂ ਤੈਅ ਪਾ ਪਾਇਆ ਉਹਨਾਂ ਦੀ ਸ਼ਾਇਰੀ ਵਿੱਚ। ਮਜਰੂ ਸੀ, ਬਹੁਤ ਸਾਰੇ ਸ਼ਾਇਰ ਹੋਏ ਨੇ ਉਰਦੂ ਵਿੱਚ, ਅਣਗਿਣਤ ਨੇ, ਅਤੇ ਉਹਨਾਂ ਦੇ ਸ਼ੇਰ ਬਹੁਤ
लाजवाब ने मोहसिन नकवी द शेर है कि ज़िक्र शब फ़िराक से बहशत उसे भी थी, मेरी तरह किसी से मोहब्बत उसे भी थी, उसे भी शौक़ था नहीं शहरों की दीद का, रास्ता बदल कर चलने की आदत मुझे भी थी। सो इस प्रकार ਦੇ ਸ਼ੇਰ ਉਹਨਾਂ ਦੀ ਗਜ਼ਲ ਵਿੱਚ ਇੱਕ ਅਲੱਗ ਲਹਿਜਾ ਹੈ। ਸੋ ਗਜ਼ਲ ਦਾ ਲੈਂਗੁਏਜ ਦਾ ਪ੍ਰਭਾਵ ਇਹ ਨਹੀਂ ਕਿ ਗਜ਼ਲ ਵਿੱਚ ਔਖੇ ਸ਼ਬਦ ਵਰਤੋ ਜਾਂ ਫਿਰ ਗਜ਼ਲ ਵਿੱਚ ਕਿਸ ਪ੍ਰਕਾਰ ਦੀ ਸ਼ਬਦ ਵਰਤੇ ਗਏ ਨੇ। ਲੈਂਗੁਏਜ ਦਾ ਮਤਲਬ ਇੱਥੇ ਲਹਿਜੇ ਦਾ ਮਤਲਬ ਐਕਸਪ੍ਰੈਸ਼ਨ ਆਫ ਲੈਂਗੁਏਜ, ਕਿ ਲੈਂਗੁਏਜ ਨੂੰ ਤੁਸੀਂ ਯੂਜ਼ ਉਹਦੇ ਐਕਸਪ੍ਰੈਸ਼ਨ ਕਿੱਦਾਂ ਯੂਜ਼ ਕਰਦੇ ਹੋ। ਤਹਿਜ਼ੀਬ ਆਪ ਹੀ ਕਹਿੰਦਾ ਹੈ ਕਿ थोड़ा लिखा और ज़्यादा छोड़ दिया, आने वालों के लिए रास्ता छोड़ दिया, लड़कियां इश्क में कितनी पागल होती हैं, फ़ोन बजा और चूल्हा जलता छोड़ दिया, फ़ोन बजा और चूल्हा जलता छोड़ दिया। इट इज़ एक्सप्रेशन ऑफ लैंग्वेज, हाउ यू यूज़ द लैंग्वेज एंड द नेचर ऑफ योर सराउंडिंग टू कम्युनिकेट योर गज़ल, योर शेयर विद द ऑडियंसेस और पाठक। सो ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਜੇ ਤੁਸੀਂ ਸਾਨੂੰ ਕੋਈ ਕੁਐਸਚਨ ਪੁੱਛਣਾ ਹੋਵੇ ਤੁਸੀਂ ਇੰਸਟਾਗ੍ਰਾਮ ਤੇ DM ਕਰ ਸਕਦੇ ਹੋ, ਕਮੈਂਟ ਕਰ ਸਕਦੇ ਹੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਆਈ ਹੋਪ ਕਿ ਇਹ ਜੋ ਸਾਡਾ ਚੈਨਲ ਹੈ ਆਉਣ ਵਾਲੇ ਦਿਨਾਂ ਵਿੱਚ ਪੰਜਾਬੀ ਗਜ਼ਲ ਔਰ ਪੰਜਾਬੀ ਸਾਹਿਤ ਦਾ ਸਭ ਤੋਂ ਵੱਡਾ YouTube ਚੈਨਲ ਹੋਵੇਗਾ। ਐਂਡ ਮੈਂ ਆਸ ਕਰਦਾ ਕਿ ਤੁਸੀਂ ਸਾਨੂੰ ਇਸ ਤਰ੍ਹਾਂ ਹੀ ਪਿਆਰ ਦੇਵੋਗੇ ਜਿਵੇਂ ਤੁਸੀਂ ਸਾਡੇ ਇੰਸਟਾਗ੍ਰਾਮ ਹੈਂਡਲ ਨੂੰ ਪਿਆਰ ਦਿੱਤਾ। ਖ਼ਤਮ ਕਰਦੇ ਹਾਂ ਡਾਕਟਰ ਜਗਤਾਰ ਜੀ ਦੀ ਗਜ਼ਲ ਨਾਲ। ਅਜੇ ਤਾਈਂ ਤਾਂ ਤੇਰਾ ਸਿਰ ਕਿਤੋਂ ਵੀ ਖਮ ਨਹੀਂ ਹੋਇਆ, ਤੁਹਾਡੇ ਵਿਕਣ ਦਾ ਅਫਸੋਸ ਹੈ ਪਰ ਗਮ ਨਹੀਂ ਹੋਇਆ, ਤੁਸੀਂ ਬਖਸ਼ਿਸ਼ ਦੀ ਬਾਰਿਸ਼ ਵਿੱਚ ਵੀ ਸਰਬਸੱਜ ਨਾ ਹੋਏ, ਤੇ ਮੈਂ ਔੜਾਂ ਦੇ ਮੌਸਮ ਵਿੱਚ ਕਦੇ ਬੇਦਮ ਨਹੀਂ ਹੋਇਆ। ਬੜਾ ਤਾਂ ਸੋਚਿਆ ਹੋਣਾ ਤੂੰ ਉਤਰਾ ਚੜ੍ਹਾਅ ਬਾਰੇ, ਜੁਦਾ ਹੋਵਣ ਦਾ ਤੇਰਾ ਫੈਸਲਾ ਇੱਕਦਮ ਨਹੀਂ ਹੋਇਆ। ਸੋ ਇਹ ਗਜ਼ਲ ਸੀ ਗੁਰਮੁਖੀ ਦੀ ਗਜ਼ਲ, ਜਿਹਦਾ ਲਹਿਜਾ ਸੀ, ਜਿਹਦੀ ਆਪਣੀ ਇੱਕ ਤੌਰ ਸੀ, ਇੱਕ ਆਪਣਾ ਤੌਰ ਸੀ। ਮੇ ਬੀ ਉਹ ਤੌਰ ਲੁਪਤ ਹੁੰਦਾ ਜਾ ਰਿਹਾ। ਆਓ ਇਸ ਨੂੰ ਇਕੱਠੇ ਹੋ ਕੇ ਬਚਾਈਏ। ਸਾਡੀ ਵੀਡੀਓ ਜ਼ਰੂਰ ਦੇਖਣਾ। ਧੰਨਵਾਦ।